ਗੁਰਬਾਣੀ ਤੇ ਕਾਕਾਪੁਰਿਆਂ ਦਾ ਧਾਰਮਿਕ ਉਪਰਾਲਾ। ਹੱਥ ਵਿੱਚ ਸਤਿਗੁਰਾਂ ਜੀ ਨੇ ਸ੍ਰੀ ਸਾਹਿਬ ਪਕੜੀ ਹੋਈ ਸੀਗੀ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਬਾਣੀਆਂ ਦਾ ਨਿਤਨੇਮ ਸੱਚੇ ਪਾਤਸ਼ਾਹ ਜੀ ਮਹਾਰਾਜ ਦਰਸਾਇਆ। ਜਿਸ ਬਾਣੀ ਨੂੰ ਪੜ੍ਹ ਕਰਕੇ ਅੰਮ੍ਰਿਤ ਤਿਆਰ ਕੀਤਾ ਨਾ, ਉਹੋ ਹੀ ਸਤਿਗੁਰਾਂ ਜੀ ਨੇ ਬਾਣੀ ਗੁਰਸਿੱਖ ਦੇ ਜੀਵਨ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਨਿਤਨੇਮ ਦੱਸਿਆ ਹੈ ਜਿਹੜਾ ਰੋਜ਼ ਕਰਨ ਵਾਲਾ ਨਿਯਮ ਹੈ। ਨੇਮ ਉਹ ਜਿਹੜਾ ਰੋਜ਼ ਨਿਭਾਇਆ ਜਾਵੇ, ਨਿਤ ਕੀਤਾ ਜਾਵੇ। ਇਹ ਨਹੀਂ ਹੈ ਕਿ 2 ਦਿਨ ਕੀਤਾ ਤੇ ਫਿਰ ਤੀਜੇ ਦਿਨ ਕਰ ਲਿਆ, ਜਾਂ ਕਈ ਦਿਨ ਮੈਂ ਬੜਾ ਰੁਝੇਵਾਂ ਸੀਗਾ ਇਸ ਕਰਕੇ ਨਹੀਂ ਕਰ ਸਕਿਆ। ਸਾਧ ਸੰਗਤ ਜੀ, ਜਿਵੇਂ ਜਿਉਂਦੇ ਰਹਿਣ ਵਾਸਤੇ ਮਨੁੱਖ ਨੂੰ ਭੋਜਨ ਜ਼ਰੂਰੀ ਹੈ ਨਾ, ਤੇ ਨਹੀਂ ਜਿੰਦਾ ਰਹਿ ਸਕਦਾ, ਇਵੇਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਖਾਲਸਾ ਜੀ, ਨਿਤਨੇਮ ਤੁਹਾਡਾ ਭੋਜਨ ਮੈਂ, ਤੁਹਾਡੀ ਖੁਰਾਕ ਹੈ। ਜੇ ਇਹ ਬਾਣੀ ਦਾ ਨਿਤਨੇਮ ਨਹੀਂ ਰੋਜ਼ ਕਰੋਗੇ ਤੇ ਮਹਾਰਾਜ ਕਹਿੰਦੇ ਫਿਰ ਜਿਉਂਦੇ ਨਹੀਂ ਰਹਿ ਸਕਦੇ, ਫਿਰ ਖਾਲਸਾ ਨਹੀਂ ਬਣ ਸਕੋਗੇ। ਫਿਰ ਵੇਖਣ ਨੂੰ ਖਾਲਸਾ ਹੋਊਗਾ ਪਰ ਖਾਲਸੇ ਵਾਲੀ ਮਹਾਰਾਜ ਕਹਿੰਦੇ ਭਾਈ ਜੀਵਨ ਜ਼ਿੰਦਗੀ ਜੁਗਤ ਜਿਹੜੀ ਉਹ ਤੁਹਾਡੇ ਕੋਲ ਨਹੀਂ ਰਹੇਗੀ। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਿਤਨੇਮ ਜਿਹੜਾ ਸਾਧ ਸੰਗਤ ਜੀ ਫਿਰ 5 ਬਾਣੀਆਂ ਦਾ ਬਖਸ਼ਿਸ਼ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਪਜੀ ਸਾਹਿਬ ਦੀ ਬਾਣੀ ਹਜੂਰ ਨੇ ਆਖਿਆ ਕਿ ਖਾਲਸਾ ਜੀ ਇਹ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਹੈ। ਜਪਜੀ ਸਾਹਿਬ ਦੀ ਬਾਣੀ ਪੜ੍ਹਨ ਨਾਲ ਗੁਰਸਿੱਖ ਦਾ ਹਿਰਦਾ ਬਹੁਤ ਵਿਸ਼ਾਲ ਹੁੰਦਾ ਹੈ। ਇਸ ਪੂਰੇ ਬ੍ਰਹਿਮੰਡ ਦੀ ਉਹਨੂੰ ਗਿਆਤ ਹੁੰਦੀ ਹੈ। ਪਵਿੱਤਰ ਜਪਜੀ ਸਾਹਿਬ ਦੀ ਬਾਣੀ ਦੀ ਮਹਿਮਾ ਸਾਧ ਸੰਗਤ ਜੀ, ਸਤਿਗੁਰਾਂ ਜੀ ਨੇ ਜਿਵੇਂ ਕੁੱਜੇ ਵਿੱਚ ਸਮੁੰਦਰ ਬੰਦ ਕਰੀਦਾ ਹੈ, ਇਹ ਸਤਿਗੁਰਾਂ ਜੀ ਨੇ ਵਾਕ ਕਹੇ ਕਿ ਜਿਹਨੇ ਭਾਈ ਹਰੇਕ ਤਰ੍ਹਾਂ ਦਾ ਮਨ ਦੇ ਅੰਦਰ ਸੁੱਖ ਦਾ ਭਾਵ ਪ੍ਰਾਪਤ ਕਰਨਾ ਹੈ, ਉਹ ਜਪਜੀ ਸਾਹਿਬ ਦੀ ਬਾਣੀ ਸੱਚੇ ਪਾਤਸ਼ਾਹ ਜੀ ਦੀ ਪਿਆਰ ਨਾਲ ਪੜ੍ਹੇ। ਦੂਸਰੀ ਬਾਣੀ ਸੱਚੇ ਪਾਤਸ਼ਾਹ ਨੇ ਸ੍ਰੀ ਜਾਪ ਸਾਹਿਬ ਜੀ ਦੀ ਬਖਸ਼ਿਸ਼ ਕੀਤੀ, ਜਿਹਦੇ ਵਿੱਚ ਪਰਮੇਸ਼ਰ ਦੇ ਅੱਗੇ ਨਮਸਕਾਰਾਂ ਕੀਤੀਆਂ ਗਈਆਂ। ਇਹ ਨਮਸਕਾਰਤ ਬਾਣੀ ਹੈ। ਵਾਹਿਗੁਰੂ ਦੇ ਤਟ ਸਤੀ ਲੱਖਣ ਕਥਨ ਕੀਤੇ ਗਏ ਹੈ। ਫਿਰ ਸਾਧ ਸੰਗਤ ਜੀ, ਤੀਸਰੀ ਬਾਣੀ ਸਵਈਏ ਹਨ ਅੰਮ੍ਰਿਤ ਸਵਈਏ, ਸ਼ਰਾਵਕ ਸੁਧ ਸਮੂਹ ਸਿਧਾਨ ਕੇ ਵਾਲੇ। ਇਹ ਬਾਣੀ ਬੈਰਾਗ ਪੈਦਾ ਕਰਦੀ ਹੈ ਹਿਰਦੇ ਦੇ ਅੰਦਰ, ਸੰਸਾਰ ਨੂੰ ਮਿੱਥਿਆ ਦਰਸਾਉਂਦੀ ਹੈ ਸੱਚੇ ਪਾਤਸ਼ਾਹ ਜੀ ਦੀ ਇਹ ਪਵਿੱਤਰ ਬਾਣੀ। ਚੌਥੀ ਬਾਣੀ ਮਹਾਰਾਜ ਚੌਪਈ ਸਾਹਿਬ ਦੀ ਬਖਸ਼ਿਸ਼ ਕੀਤੀ ਹੈ, ਜੋ ਸਾਧ ਸੰਗਤ ਜੀ ਸੰਪੂਰਨ ਚੌਪਈ ਸਾਹਿਬ ਦਾ ਪਾਠ ਕਰਨਾ ਹੈ ਸਵਈਏ ਤੇ ਦੋਹਰੇ ਸਮੇਤ, ਜੋ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ। ਜੋ ਦੁਸ਼ਟ ਦੋਖ ਤੇ ਲਿਹੋ ਬਚਾਈ ਤੱਕ ਹੀ ਪੜ੍ਹਦੇ ਆ ਨਾ, ਉਹ ਇਸ ਕਰਕੇ ਤਰਕ ਦਿੰਦੇ ਆ ਕਿ ਅੱਗੇ ਆਉਂਦਾ ਕਿਰਪਾ ਕਰੀ ਹਮ ਪਰ ਜਗ ਮਾਤਾ। ਇੱਕ ਹੀ ਹੈ ਸ਼ੇਰਾਂ ਵਾਲੀ ਮਾਤਾ, ਇਸ ਕਰਕੇ ਨਹੀਂ ਇਹ ਪੰਕਤੀ ਪੜ੍ਹਨੀ। ਤੇ ਮਹਾਰਾਜ ਨੇ ਤੇ ਫਿਰ ਬਾਣੀ ਦੇ ਅੰਦਰ ਵੀ ਬਹੁਤ ਸ਼ਬਦ ਕਹੇ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਤੇ ਫਿਰ ਉੱਥੇ ਵੀ ਆਪਾਂ ਪੰਕਤੀਆਂ ਕੱਟ ਦਾਂਗੇ ਕਿ ਨਹੀਂ, ਇਹ ਤਾਂ ਮਾਤਾ ਦੀ ਗੱਲ ਹੋ ਰਹੀ ਹੈ। ਮਹਾਰਾਜ ਪਰਮੇਸ਼ਰ ਨੂੰ ਹੀ ਸੰਬੋਧਨ ਹੋ ਕਰਕੇ ਕਹਿੰਦੇ ਆ ਕਿ ਇਹ ਮਾਤਾ ਸਰੂਪ ਵਾਹਿਗੁਰੂ ਸਾਡੇ ਤੇ ਕਿਰਪਾ ਰੱਖਣੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਨੂੰ ਜਦੋਂ ਮਨੁੱਖ ਆਪਣੀ ਬੁੱਧੀ ਨਾਲ ਤੋਲਣ ਲੱਗ ਜਾਵੇ ਤੇ ਫਿਰ ਸਾਧ ਸੰਗਤ ਜੀ ਕੀ ਹੈ ਕਿ ਉਹਦੇ ਵਿੱਚ ਵਾਧ ਘਾਟ ਕਰਨ ਦਾ ਯਤਨ ਕਰੇ। ਪੂਰੇ ਗੁਰੂ ਜੀ ਦੀ ਬਾਣੀ ਵੀ ਪੂਰੀ ਹੈ, ਇਸ ਕਰਕੇ ਸਿੱਖ ਨੂੰ ਸ਼ੰਕਾ ਨਹੀਂ ਕਰਨੀ ਚਾਹੀਦੀ। ਤੇ ਸਾਧ ਸੰਗਤ ਜੀ ਫਿਰ 5ਵੇਂ ਥਾਂ ਤੇ ਸੱਚੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ ਬਖਸ਼ਿਸ਼ ਕੀਤੀ, ਜੋ ਜੀਵਨ ਮੁਕਤੀ ਦਾ ਆਨੰਦ ਮਾਣਨ ਵਾਸਤੇ ਹੈ। 40 ਪੌੜੀਆਂ ਵਾਲਾ ਸੰਪੂਰਨ ਸ਼੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰਨਾ, ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ, ਰਾਤ ਨੂੰ ਬਰਾਜਣ ਲੱਗਿਆਂ ਸਰਾਣੇ ਵਾਲੇ ਪਾਸੇ ਮੁਖ ਕਰਕੇ ਇਕਾਗਰ ਚਿੱਤ ਹੋ ਕਰਕੇ ਕੀਰਤਨ ਸੋਹਲੇ ਜੀ ਦਾ ਪਾਠ ਕਰਨਾ। ਇਹ ਸਾਧ ਸੰਗਤ ਜੀ ਵੇਖ ਲਓ, ਇਸਲਾਮ ਵਿੱਚ ਮੁਸਲਮਾਨਾਂ ਨੂੰ 5 ਨਮਾਜ਼ਾਂ ਨੇ ਤੇ ਹਿੰਦੂ ਮਤ ਵਿੱਚ 3 ਸਮੇਂ ਜਿਹੜੀ ਉਹ ਸੰਧਿਆ ਕਰਨ ਦੀ ਮਰਿਆਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਵੇਰ ਦੇ ਵਕਤ ਦਾ ਨਿਤਨੇਮ ਦਿੱਤਾ, ਸ਼ਾਮ ਦਾ ਤੇ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਲੇ ਦਾ ਨਿਤਨੇਮ ਮਹਾਰਾਜ ਬਖਸ਼ਿਸ਼ ਕੀਤਾ। ਇਹਨਾਂ ਬਾਣੀਆਂ ਦੀ ਮਹਿਮਾ ਦਾ ਬਹੁਤ ਵਿਸਥਾਰ ਹੈ, ਪਰ ਮੈਂ ਸੰਖੇਪ ਵਿੱਚ ਬੇਨਤੀ ਕਰ ਰਿਹਾ।
ਸਤਿਗੁਰਾਂ ਜੀ ਨੇ ਆਗਿਆ ਕੀਤੀ ਸੀ ਕਿ ਭਾਈ ਜਿਹੜਾ ਰਹਿਰਾਸ ਸਾਹਿਬ ਨਹੀਂ ਪੜ੍ਹਦਾ ਨਾ, ਹੋਰ ਕਿੰਨੀ ਉਹਨੇ ਬੰਦਗੀ ਕੀਤੀ, ਕਿੰਨਾ ਜਪ ਤਪ ਕੀਤਾ, ਉਹਨੂੰ ਸੱਚਖੰਡ 'ਚ ਥਾਂ ਨਹੀਂ ਮਿਲ ਸਕਦਾ। ਰਹਿਰਾਸ ਸਾਹਿਬ ਜੀ ਦਾ ਪਾਠ ਕਰਨ ਨਾਲ ਹੀ ਸੱਚਖੰਡ ਵਿੱਚ ਥਾਂ ਪ੍ਰਾਪਤ ਹੁੰਦੀ ਹੈ। ਕੀਰਤਨ ਸੋਹਿਲੇ ਦਾ ਪਾਠ ਕਰਨ ਨਾਲ ਸਾਧ ਸੰਗਤ ਜੀ ਕੀ ਮਹਿਮਾ ਹੈ ਕਿ ਜੇ ਜੀਵ ਕਿਤੇ ਰਾਤ ਚੜ੍ਹਾਈ ਵੀ ਕਰ ਜੇ ਤੇ ਟੇਢੀਆਂ ਜੂਨਾਂ 'ਚ ਨਹੀਂ ਜਾਂਦਾ, ਮਹਾਰਾਜ ਰੱਖਿਆ ਕਰਦੇ ਆ। ਭੈੜੇ ਸੁਪਨੇ ਗੰਦੇ ਫੁਰਨੇ ਆਦਿਕ ਨਹੀਂ ਫੁਰਦੇ, ਕਿਉਂਕਿ ਸੁੱਤੇ ਪਿਆਂ ਜਦੋਂ ਅਵਿਦਿਆ ਆ ਜਾਂਦੀ ਹੈ, ਸਤਿਗੁਰੂ ਜੀ ਦੇ ਸ਼ਬਦ ਦਾ ਆਵਾਹਨ ਕਰਕੇ ਜੇ ਬਰਾਜੇ ਹੋਈਏ ਤੇ ਸ਼ਬਦ ਤਾਂ ਸਦਾ ਜਾਗਦਾ, ਸ਼ਬਦ ਦਾ ਕੋਟ ਹੋ ਜਾਂਦਾ ਹੈ। ਇਹ ਸਾਖੀ ਪ੍ਰਚਲਿਤ ਹੈ, ਗੁਰਮੁਖਾਂ ਨੇ ਸੁਣੀ ਹੈ ਕਿ ਕਿਵੇਂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਵਕਤੋਂ ਵਪਾਰੀ ਦੇ ਦੁਆਲੇ ਕੋਟ ਹੋ ਜਾਂਦਾ ਸੀਗਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਰੋਜ਼ ਦਾ ਨਿਯਮ ਬਖਸ਼ਿਸ਼ ਕੀਤਾ ਹੈ। ਪੁਰਾਤਨ ਗੁਰਸਿੱਖਾਂ ਨੇ ਸਾਧ ਸੰਗਤ ਜੀ ਕੁਝ ਚੋਣਵੀਆਂ ਬਾਣੀਆਂ ਜਿਹੜੀਆਂ ਸੀ ਨਾ, ਉਹਨਾਂ ਨੂੰ ਇਕੱਤਰ ਕਰਕੇ ਪੰਜ ਗ੍ਰੰਥੀ ਦਾ ਨਿਤਨੇਮ ਬਣਾਇਆ ਤੇ ਪੰਜ ਗ੍ਰੰਥੀ ਦਾ ਨਿਤਨੇਮ ਵੀ ਤਕਰੀਬਨ ਪੁਰਾਤਨ ਗੁਰਸਿੱਖ ਪੰਜ ਗ੍ਰੰਥੀ ਦਾ ਨਿਤਨੇਮ ਨਿਯਮ ਨਾਲ ਕਰਦੇ। ਕਈ ਐਸੀਆਂ ਵੀ ਵਡਭਾਗੀ ਰੂਹਾਂ ਨੇ ਜਿਨ੍ਹਾਂ ਉੱਤੇ ਸਤਿਗੁਰੂ ਆਪਣੀ ਮਿਹਰ ਧਰਦੇ ਆ, ਉਹਨਾਂ ਨੂੰ ਇਹ ਪੰਜ ਗ੍ਰੰਥੀ ਦਾ ਨਿਤਨੇਮ ਜ਼ਬਾਨੀ ਯਾਦ ਹੁੰਦਾ ਹੈ। ਤੇ ਸਾਧ ਸੰਗਤ ਜੀ ਫਿਰ 10 ਗ੍ਰੰਥੀ ਦਾ ਨਿਤਨੇਮ ਗੁਰਸਿੱਖਾਂ ਨੇ ਬਣਾਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਪਵਿੱਤਰ ਬਾਣੀ ਦਾ ਜਾਪ ਗੁਰਸਿੱਖ ਕਰਦੇ ਹੈ। ਸੁਖਮਨੀ ਸਾਹਿਬ ਜੀ ਦਾ ਪਾਠ, ਸ੍ਰੀ ਆਸਾ ਜੀ ਦੀ ਵਾਰ ਦਾ ਪਾਠ, ਇਹ ਬਾਣੀ ਦਾ ਜਿੰਨਾ ਵੀ ਨਿਤਨੇਮ ਸਾਧ ਸੰਗਤ ਜੀ ਸਤਿਗੁਰਾਂ ਆਗਿਆ ਕੀਤੀ ਵੀ ਆਪਣੇ ਜੀਵਨ ਦੇ ਅੰਦਰ ਵਧਾਓਗੇ, ਬਾਣੀ ਤੁਹਾਨੂੰ ਆਪਣੇ ਵਰਗਾ ਹੀ ਬਣਾ ਲਏਗੀ ਜਿਹੋ ਜੀ ਬਾਣੀ ਆਪ ਹੈ। ਕਿਉਂਕਿ ਬਾਣੀ ਸਦਾ ਅਬਨਾਸ਼ੀ ਹੈ। ਸਤਿਗੁਰਾਂ ਦਾ ਸ਼ਬਦ ਜਿਹੜਾ ਸਦਾ ਅਟੱਲ ਹੈ, ਸੱਤਵ ਹੈ। ਇਸ ਕਰਕੇ ਜਿਹੜਾ ਸ਼ਬਦ ਨਾਲ ਜੁੜ ਜਾਂਦਾ ਨਾ, ਸਤਿਗੁਰਾਂ ਜੀ ਨੇ ਕਿਹਾ ਸੀ ਕਿ ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਨ ਭੇਵ। ਥੋੜਾ ਜਿੰਨਾ ਵੀ ਮਹਾਰਾਜ ਕਹਿੰਦੇ ਭਾਈ ਸਾਡੇ ਵਿੱਚ ਵਾਹਿਗੁਰੂ ਵਿੱਚ ਤੇ ਉਸ ਸਿੱਖ ਵਿੱਚ ਫਰਕ ਨਹੀਂ ਰਹੇਗਾ ਜਿਹੜਾ ਆਤਮਾ ਦਾ ਰਸ ਰੋਜ਼ ਚੱਖੇਗਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਤ ਦਾ ਨੇਮ ਜਿਹੜਾ ਸੀ ਉਹ ਬਖਸ਼ਿਸ਼ ਕੀਤਾ। ਇਹ ਪਹਿਲਾ ਨਿਯਮ ਮਹਾਰਾਜ ਜੀ ਨੇ ਧਰਿਆ ਤੇ ਹਜੂਰ ਨੇ ਆਗਿਆ ਕੀਤੀ ਕਿ ਅੰਮ੍ਰਿਤ ਵੇਲੇ ਦਾ ਜਾਗਣਾ ਹੈ। ਅੰਮ੍ਰਿਤ ਵੇਲੇ ਉੱਠ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਨਿਤ ਦਾ ਨੇਮ ਕਰਨ ਦਾ ਜਿਹੜਾ ਨਿਯਮ ਸੀ ਇਹ ਦ੍ਰਿੜਾਇਆ। ਅੰਮ੍ਰਿਤ ਵੇਲੇ ਉੱਠ ਕੇ ਕਿਰਿਆ ਕਿਵੇਂ ਸੋਧਣੀ ਹੈ ਉਹ ਵੀ ਵਿਸ਼ੇਸ਼ ਕਰਕੇ ਜਿਵੇਂ ਜ਼ਿਕਰ ਆਵੇਗਾ ਫਿਰ ਆਪਾਂ ਜ਼ਿਕਰ ਕਰਾਂਗੇ। ਜਿਹੜਾ ਸਾਧ ਸੰਗਤ ਜੀ ਰੋਜ਼ ਦਾ ਨਿਯਮ ਹੈ ਨਾ, ਇਹ ਤਾਂ ਰੋਜ਼ ਦਾ ਹੀ ਨਿਯਮ ਆ, ਫਿਰ ਇਹਨੂੰ ਕਦੇ ਤੋੜਨਾ ਨਹੀਂ ਚਾਹੀਦਾ। ਜਿਵੇਂ ਭੋਜਨ ਤੋਂ ਬਿਨਾ ਨਹੀਂ ਆਪਾਂ ਬਚ ਸਕਦੇ, ਐਵੇਂ ਗੁਰਸਿੱਖ ਨੂੰ ਨਿਤਨੇਮ ਤੋਂ ਬਿਨਾ ਜਿਹੜਾ ਹੈ ਬੜਾ ਆਪਣਾ ਮਨ ਜਿਹੜਾ ਉਸ ਸਮੇਂ ਦੁੱਖ ਪ੍ਰਤੀਤ ਕਰਨਾ ਚਾਹੀਦਾ। ਤੇ ਜਿਨ੍ਹਾਂ ਨੂੰ ਪ੍ਰਤੀਤ ਹੁੰਦੀ ਹੈ ਨਾ ਮਨ ਦੇ ਅੰਦਰ ਭਰੋਸਾ ਹੁੰਦਾ ਹੈ ਤੇ ਪਿਆਰ ਹੁੰਦਾ ਹੈ, ਜੇ ਉਹਨਾਂ ਦੇ ਨਿਯਮ ਵਿੱਚ ਫਰਕ ਪਵੇ ਤੇ ਉਹਨਾਂ ਨੂੰ ਇਉਂ ਲੱਗਦਾ ਜਿਵੇਂ ਕਿਸੇ ਅਮਲੀ ਦਾ ਅਮਲ ਟੁੱਟ ਗਿਆ ਹੋਵੇ। ਬੜਾ ਚਿੱਤ ਦੁਖੀ ਹੁੰਦਾ ਹੈ। ਨਿਤਨੇਮ ਕਰਕੇ ਹੀ ਫੇਰ ਕਿਸੇ ਹੋਰ ਕੰਮ ਵਿੱਚ ਲੱਗਦੇ ਆ। ਅੰਮ੍ਰਿਤ ਵੇਲੇ ਦਾ ਨਿਯਮ ਨਹੀਂ ਖਜਾਉਂਦੇ, ਸਤਿਗੁਰੂ ਜੀ ਦੇ ਬਾਣੀ ਦਾ ਨਿਤਨੇਮ ਨਹੀਂ ਖਜਾਉਂਦੇ। ਤੇ ਜੇ ਸਾਡੇ ਜੀਵਨ ਦੇ ਅੰਦਰੋਂ ਪੰਜ ਬਾਣੀਆਂ ਦਾ ਨਿਤਨੇਮ ਹੀ ਖੁੱਸਿਆ ਹੋਵੇ ਤੇ ਫਿਰ ਤੁਸੀਂ ਅੰਮ੍ਰਿਤ ਧਾਰੀ ਹੋਵੋ ਤੇ ਅਰਦਾਸ ਕਰਾਓ ਮਹਾਰਾਜ ਦੇ ਅੱਗੇ ਕਿ ਸੁਖ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣਗੇ ਨਹੀਂ ਸਿੱਖਾ ਮੈਂ ਤੈਨੂੰ ਸੁਖ ਦਾ ਰਾਹ ਦੱਸਿਆ ਤੇ ਤੂੰ ਉਹ ਤਾਂ ਰਾਹ ਅਪਣਾਉਂਦਾ ਨਹੀਂ ਤੇ ਆ ਕੇ ਸਾਡੇ ਕੋਲੋਂ ਸੁਖ ਮੰਗਦਾ, ਪੰਜ ਬਾਣੀਆਂ ਪੜ੍ਹਦਾ ਨਹੀਂ। ਪੰਜ ਬਾਣੀਆਂ ਜੇ ਪੜ੍ਹਦਾ ਹੋਵੇ ਤਾਂ ਉਹ ਤਾਂ ਮੰਗ ਸਕਦਾ ਨਾ, ਫਿਰ ਹੱਕ ਰੱਖਦਾ ਨਾ। ਜੇ ਆਪਾਂ ਬਾਣੀ ਨਹੀਂ ਪੜ੍ਹਦੇ ਤੇ ਫਿਰ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜ਼ਰੂਰ ਸਾਨੂੰ ਕਹਿੰਦੇ ਹੀ ਆ ਨਾ ਕਿ ਫਿਰ ਤੂੰ ਭਾਈ ਨਿਯਮ ਨਹੀਂ ਪਾਲਦਾ ਹੈ। ਫਿਰ ਜਿਹੜੇ ਬਾਣੀ ਪੜ੍ਹਨਾ ਨਹੀਂ ਜਾਣਦੇ ਉਹ ਬੇਨਤੀ ਕਰਕੇ ਫਿਰ ਕਥਾ ਆਰੰਭ ਕਰਦੇ ਆ। ਉਹਨਾਂ ਦੇ ਮਨ ਦਾ ਖਿਆਲ ਹੁੰਦਾ ਹੈ ਕਿ ਅਸੀਂ ਭਾਈ ਫਿਰ ਸਾਡਾ ਉਧਾਰ ਕਿਵੇਂ ਹੋਵੇ ਸਾਨੂੰ, ਕਿਉਂਕਿ ਅਨਪੜ੍ਹ ਹੀ ਹੁੰਦੇ ਨਾ, ਬਿਲਕੁਲ ਪੜ੍ਹਨਾ ਹੀ ਨਹੀਂ ਆਉਂਦਾ। ਫਿਰ ਮਹਾਰਾਜ ਜੀ ਉਹਨਾਂ ਬਾਬਤ ਵੀ ਕਿਹਾ ਕਿ ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਹੜਾ ਵਾਹਿਗੁਰੂ ਜੀ ਨੂੰ ਯਾਦ ਕਰਦਾ ਨਾ ਫਿਰ ਉਹ ਭਾਵੇਂ ਉੱਥੇ ਪੜ੍ਹੇ ਲਿਖੇ ਤੋਂ ਤਾਂ ਹੀ ਗੱਲ ਚਲੀ ਜਾਂਦੀ ਹੈ। ਜਿਹੜਾ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ ਉਹਨਾਂ ਵਾਸਤੇ ਨਿਯਮ ਹੈ ਭਾਈ ਘੱਟੋ ਘੱਟ ਮੂਲ ਮੰਤਰ ਤਾਂ ਯਾਦ ਕਰਨਾ ਚਾਹੀਦਾ।
ਜਿਨ੍ਹਾਂ ਉੱਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ ਨਾ, ਐਸੇ ਐਸੇ ਗੁਰਮੁਖ ਮੈਂ ਦਾਸ ਨੇ ਆਪਣੀ ਜ਼ਿੰਦਗੀ ਵਿੱਚ ਦਰਸ਼ਨ ਕੀਤੇ ਹੈ। ਸਾਧ ਸੰਗਤ ਜੀ, ਭਾਈ ਸੋਹਣ ਸਿੰਘ ਜੀ ਹਨ, ਕੈਨੇਡਾ ਵਿੱਚ ਰਹਿੰਦੇ ਹੈ, ਜਿਨ੍ਹਾਂ ਨੇ ਸਿੰਘ ਸਾਹਿਬ ਭਾਈ ਮੋਹਨ ਸਿੰਘ ਜੀ, ਜਿਨ੍ਹਾਂ ਨੇ ਹੈੱਡ ਗ੍ਰੰਥੀ ਦੀ ਬਹੁਤ ਸਮਾਂ ਸੇਵਾ ਕੀਤੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਉਹਨਾਂ ਦੇ ਉਹ ਭਰਾ ਹਨ ਤੇ ਉਹ ਬਿਲਕੁਲ ਕੋਈ ਪੜ੍ਹੇ ਲਿਖੇ ਨਹੀਂ ਹੈ। ਜੇ ਅਖਬਾਰ ਪੜ੍ਹਨੀ ਹੋਵੇ ਤੇ ਉਹ ਸ਼ਾਇਦ ਨਹੀਂ ਪੜ੍ਹ ਸਕਦੇ, ਪਰ ਹੱਥ ਲਿਖਤ ਸਰੂਪ ਤੋਂ ਵੀ ਜੇ ਬਾਣੀ ਪੜ੍ਹਨੀ ਹੋਵੇ ਤੇ ਬੜੀ ਸਰਲ ਆਰਾਮ ਨਾਲ ਪੜ੍ਹ ਲੈਂਦੇ ਆ। ਸਤਿਗੁਰੂ ਜੀ ਦੀ ਤਾਬਿਆ ਬੈਠ ਕਰਕੇ ਬਾਣੀ ਇਉਂ ਪੜ੍ਹਦੇ ਆ ਕਿ ਜਿਵੇਂ ਪਤਾ ਨਹੀਂ ਕਿਸੇ ਨੂੰ ਲੱਗ ਸਕਦਾ ਕਿ ਇਹ ਦੂਜੇ ਗੁਰਮੁਖੀ ਅੱਖਰ ਭਾਵੇਂ ਨਾ ਪੜ੍ਹ ਸਕਦੇ ਹੋਣ, ਅਖਬਾਰ ਭਾਵੇਂ ਪੁੱਠੀ ਫੜ ਲੈਂਦੇ ਹੋਣ, ਪਰ ਸਾਧ ਸੰਗਤ ਜੀ ਇਹ ਮਹਾਰਾਜ ਦੀ ਕਿਰਪਾ ਹੈ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਕਹਿੰਦੇ ਪਿੱਛੇ ਪਿੱਛੇ ਬੋਲ ਕੇ ਮੈਨੂੰ ਮੂਲ ਮੰਤਰ ਪੜ੍ਹਾਇਆ ਸੀ। ਕਹਿੰਦੇ ਨਲਕਾ ਗੇੜਦਾ ਸਾਂ, ਇਸ਼ਨਾਨ ਕਰਦੇ ਸਨ, ਕਹਿੰਦੇ ਭਜੰਗੀਆ ਬਾਣੀ ਪੜ੍ਹ। ਮੈਂ ਕਿਹਾ ਜੀ ਮੈਨੂੰ ਪੜ੍ਹਨੀ ਨਹੀਂ ਆਉਂਦੀ। ਬੜੇ ਤੇ ਸਮੇਂ ਚੁੱਪ ਕਰਕੇ ਫਿਰ ਕਹਿੰਦੇ ਚੰਗਾ ਮੇਰੇ ਪਿੱਛੇ ਮੂਲ ਮੰਤਰ ਬੋਲ, ਤੇ ਆਪਣੇ ਅੱਗੇ ਅੱਗੇ ਆਪ ਬੋਲੇ ਤੇ ਪਿੱਛੇ ਪਿੱਛੇ ਕਹਿੰਦੇ ਮੈਂ ਬੋਲਿਆ ਮੂਲ ਮੰਤਰ ਸਾਰਾ, ਮੈਨੂੰ ਪੜ੍ਹਾਇਆ। ਕਹਿੰਦੇ ਅਸੀਂ ਤਾਂ ਵਾਹੀ ਖੇਤੀ ਕਰਦੇ ਸਾਂ, ਸਾਨੂੰ ਤਾਂ ਕੁਛ ਊੜਾ ਐੜਾ ਤੱਕ ਨਹੀਂ ਸੀਗਾ ਆਉਂਦਾ, ਪਰ ਇਹੋ ਜੀ ਮਹਾਂਪੁਰਖਾਂ ਦੀ ਫਿਰ ਉਦੋਂ ਕਲਾ ਵਰਤੀ। ਜਦੋਂ ਉਹਨਾਂ ਨੇ ਮੂਲ ਮੰਤਰ ਪਿੱਛੇ ਪਿੱਛੇ ਬੋਲ ਕੇ ਪੜ੍ਹਾਇਆ, ਹੌਲੀ 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 ਇੰਨੀ ਕਿਰਪਾ ਹੋਈ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੁੱਧ ਸੰਥਿਆ ਮੈਂ ਕਰ ਲਈ। ਸਤਿਗੁਰਾਂ ਦੀ ਬਾਣੀ ਪੜ੍ਹਨੀ ਆ ਗਈ। ਜੇ ਸਾਧ ਸੰਗਤ ਜੀ ਪਿਆਰ ਰੱਖੀਏ ਨਾ ਤੇ ਫਿਰ ਜ਼ਰੂਰ ਪੜ੍ਹਨੀ ਆ ਜਾਂਦੀ ਹੈ ਬਾਣੀ। ਤੇ ਜੇ ਆਲਸ ਕਰ ਛੱਡੀਏ ਮੈਂ ਤਾਂ ਅਨਪੜ੍ਹ ਵਾਂ, ਮੈਨੂੰ ਨਹੀਂ ਆਉਣੀ, ਮੈਂ ਨਹੀਂ ਪੜ੍ਹ ਸਕਦਾ, ਫਿਰ ਸਾਧ ਸੰਗਤ ਜੀ ਕੀ ਬਾਣੀ ਪੜ੍ਹਨੀ ਹੈ ਉਸਨੇ। ਜੇ ਪ੍ਰੇਮ ਕਰੀਏ ਤੇ ਜ਼ਰੂਰ ਜਾਚ ਆ ਜਾਂਦੀ ਹੈ, ਪਰ ਜੇ ਨਹੀਂ ਵੀ ਪੜ੍ਹੀ ਜਾਂਦੀ ਤਾਂ ਫਿਰ ਸਵਾ ਘੰਟਾ ਸਵੇਰੇ ਸਵਾ ਘੰਟਾ ਸ਼ਾਮ ਨੂੰ ਮੂਲ ਮੰਤਰ ਦਾ ਜਾਂ ਗੁਰ ਮੰਤਰ ਦਾ ਜਾਪ ਕਰੇ। ਇਹ ਜਿਹਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ ਉਹਦੇ ਵਾਸਤੇ ਨਿਯਮ ਹੈ, ਤੇ ਇਸ ਕਰਕੇ ਇਹ ਨਿਯਮ ਜਿਹੜਾ ਹੈ ਉਸ ਨੂੰ ਪਾਲਣਾ ਚਾਹੀਦਾ। ਬਾਕੀ ਜਿਵੇਂ ਸਤਿਗੁਰੂ ਜੀ ਨੇ ਅੱਗੇ ਰਹਿਤ ਦੱਸੀ ਤੇ ਜਿਵੇਂ ਸਤਿਗੁਰਾਂ ਜੀ ਨੇ ਪੰਥ ਦੀ ਸਿਰਜਣਾ ਕੀਤੀ,